ਪੁਰਾਣੇ ਵਕਤਾਂ ਦੇ ਵਿੱਚ ਵੀ ਕਾਕਾ ਜੀ ਬੰਦੇ ਬੜੇ ਦਨਾ ਹੁੰਦੇ ਹਨ ਤੇ ਬੰਦੇ ਬੜੇ ਸਿਆਣੇ ਹਨ। ਬੰਦਾ ਹੀ ਇੱਕ ਜੱਟ ਜ਼ਿਮੀਦਾਰ, ਉਹਨੇ ਮੱਝ ਨਵੀਂ ਲਈ, ਕਿਸੇ ਬੰਦੇ ਅੱਗੇ ਉਹਨੇ ਹਾੜਾ ਲਿਆ ਤੇ ਬਾਹਰ ਦੇ ਮੁਲਕ ਟੁਰ ਗਿਆ। ਉਹ ਸਾਲ ਬਾਅਦ ਵਾਪਸ ਆਇਆ, ਆਪਣੇ ਯਾਰ ਨੂੰ ਮਿਲਣ ਵਾਸਤੇ ਉਹਦੇ ਘਰ ਗਿਆ। ਉਹਨੇ ਭਾਈ ਉਹਨੂੰ ਦੁੱਧ ਦਾ ਛੰਨਾ ਗਰਮ ਦਿੱਤਾ, ਕਿਹਾ ਲੈ ਵੀ ਪੀ ਲੈ। ਉਹਨੇ ਦੁੱਧ ਦਾ ਜਦੋਂ ਲਾਇਆ ਨਾ ਘੁੱਟ, ਉਹਨੇ ਆਖਿਆ ਵੀ ਦੁੱਧ ਤੇ ਮੇਰੀ ਮੱਝ ਦਾ। ਯਾਰ ਉਹਦਾ ਪਰੇਸ਼ਾਨ ਹੋ ਗਿਆ। ਉਹਨੇ ਆਖਿਆ ਨਹੀਂ ਯਾਰ, ਦੁੱਧ ਦੇ ਸਾਡੇ ਘਰ ਦਾ। ਉਹਨੇ ਆਖਿਆ ਨਹੀਂ, ਦੁੱਧ ਦੇ ਮੇਰੀ ਮੱਝ ਦਾ। ਤੇ ਮੈਂ ਸਾਲ ਬਾਅਦ ਆਇਆ, ਮੈਂ ਦੁੱਧ ਪਛਾਣ ਲਿਆ ਵੀ ਦੁੱਧ ਦੇ ਮੇਰੀ ਮੱਝ ਦਾ। ਖੈਰ ਉਹਨੇ ਦੁੱਧ ਰੱਖਿਆ ਤੇ ਪਿੰਡ ਦੇ ਵਿੱਚ ਕੋਈ ਲੰਬੜਦਾਰ ਸੀ। ਉਹ ਲੰਬੜਦਾਰ ਕੋਈ ਤੁਰ ਗਿਆ ਵੀ ਪੰਚਾਇਤ ਕਰਨ ਵਾਸਤੇ। ਲੰਬੜਦਾਰ ਨੂੰ ਜਾ ਕੇ ਕਹਿੰਦਾ ਕਿ ਇਹਨੇ 1 ਸਾਲ ਬਾਅਦ ਮਾਇਆ, ਮੇਰਾ ਯਾਰ ਏ, ਮੈਂ ਇਹਨੂੰ ਮਿਲਣ ਵਾਸਤੇ ਆਇਆ, ਇਹਨੇ ਮੈਨੂੰ ਦੁੱਧ ਦਾ ਛੰਨਾ ਦਿੱਤਾ। ਉਹ ਦੁੱਧ ਪਛਾਣਿਆ ਕਿ ਦੁੱਧ ਮੇਰੀ ਮੱਝ ਦਾ। ਲੰਬੜਦਾਰ ਵੀ ਪਰੇਸ਼ਾਨ ਹੋ ਗਿਆ ਵੀ ਯਾਰ ਇਹ ਕਿਵੇਂ ਹੋ ਸਕਦਾ। ਇੱਕ ਬੰਦਾ ਸਾਲ ਬਾਅਦ ਵਾਪਸ ਹੁੰਦਾ ਪਾਕਿਸਤਾਨ, 1-2 ਦਿਨ ਘਰ ਰਹਿੰਦਾ, ਆਪਣੇ ਯਾਰ ਨੂੰ ਮਿਲਣ ਜਾਂਦਾ। ਜਾ ਕੇ ਉਹਦੇ ਘਰੋਂ ਉਹ ਚਾਹਤ ਨਾਲ ਦੁੱਧ ਦਾ ਗਲਾਸ ਦਿੰਦਾ ਜਾਂ ਛੰਨਾ ਦਿੰਦਾ ਤੇ ਇਹ ਕਹਿੰਦਾ ਦੁੱਧ ਮੇਰਾ। ਪਰੇਸ਼ਾਨੀ ਵਾਲੀ ਗੱਲ ਹੈ। ਲੰਬੜਦਾਰ ਦੀ ਜਿਹੜੀ ਕੁੜੀ ਸੀ ਉਹ ਬੜੀ ਸਿਆਣੀ ਸੀ। ਉਹਨੇ ਆਖਿਆ ਬਾਜੀ ਗੱਲ ਹੈ ਜੇ ਵੀ ਇਹਨਾਂ ਨੂੰ ਆਖੋ ਅੱਜ ਜਾਓ ਤੇ ਕੱਲ ਨੂੰ ਆਓ ਤੇ ਤੁਹਾਡਾ ਫੈਸਲਾ ਹੋਵੇਗਾ। ਲੰਬੜਦਾਰ ਨੇ ਆਖਿਆ ਤੁਸੀਂ ਅੱਜ ਜਾਓ, ਕੱਲ ਆ ਜਾ ਜੈਸੇ ਟਾਈਮ ਸ਼ਾਮ ਵੇਲੇ ਤੁਹਾਡਾ ਫੈਸਲਾ ਹੋਏਗਾ। ਲੰਬੜਦਾਰ ਆਪਣੀ ਕੁੜੀ ਨੂੰ ਸਾਦੇ ਕਹਿੰਦਾ ਵੀ ਗੱਲ ਤੇ ਬੜੀ ਔਖਾ ਜਿਹਾ ਕੰਮ ਹੈ ਤੇ ਕੱਲ ਇਹਨਾਂ ਦਾ ਫੈਸਲਾ ਕਿਵੇਂ ਕਰਾਂਗੇ। ਬਿਲਕੁਲ। ਲੰਬੜਦਾਰ ਦੀ ਕੁੜੀ ਕਹਿੰਦੀ ਆ ਬਾਜੀ ਪਰੇਸ਼ਾਨ ਨਾ ਹੋ, ਤੁਸੀਂ ਮੁੰਜੀ ਲਿਆ ਕੇ ਦਿਓ ਕੋਈ 4-5 ਕਿਲੋ। ਉਹਨੇ ਮੁੰਜੀ ਲਿਆਂਦੀ। ਉਹਨਾਂ ਦੇ ਘਰ ਇੱਕ ਖੋਤੀ ਵੱਜੀ, ਉਹਨੇ ਮੁੰਜੀ ਉਹਨੂੰ ਚਾਰ ਕੇ ਤੇ ਪਿੱਛੋਂ ਕੋਈ 5-6 ਬਾਲਟੀਆਂ ਪਾਣੀ ਦੀਆਂ ਡਾਈਆਂ। ਉਹਨੂੰ ਲੱਗੀ ਮੋਕ, ਦਾਦਰ ਫਾਦਰ ਉਹਨੇ ਚੌਲ ਪਰਾਂ ਸੁੱਟੇ ਪਿੱਛੋਂ ਦੀ ਕੱਢ ਕੇ। ਉਹਨੇ ਚੌਲ ਭਾਈ ਧੋਤੇ, ਧੋ ਕੇ ਉਹਨਾਂ ਦੇ ਚੌਲ ਛਡਾਏ। ਰਾਤੋਂ ਰਾਤ ਹੀ ਭਾਈ ਚੌਲ ਬਣਾ ਕੇ ਸਵੇਰੇ ਪਕਾ ਕੇ ਤੇ ਲੰਬੜਦਾਰ ਨੇ ਆਖਿਆ ਵੀ ਫੈਸਲਾ ਬਾਅਦ ਚ ਕਰਾਂਗੇ, ਪਹਿਲਾਂ ਰੋਟੀ ਤੇ ਖਾਓ। ਉਹ ਜਿਹੜਾ ਬੰਦਾ ਸੀ ਨਾ ਬਾਹਰੋਂ ਆਇਆ, ਜਿਹੜਾ ਕਹਿੰਦਾ ਸੀ ਕਿ ਮੇਰਾ ਦੁੱਧ ਏ, ਉਹਨੇ ਉੱਕੇ ਚਮਚ ਲਾਇਆ ਤੇ ਮੂੰਹ 'ਚ ਚੌਲ ਕੱਢ ਕੇ ਬਾਹਰ ਸੁੱਟੇ ਤੇ ਦੂਸਰੇ ਨੇ ਕੋਈ 250 ਪਲੇਟਾਂ ਖਾ ਛੱਡੀਆਂ। ਲੰਬੜਦਾਰ ਹੈਰਾਨ ਹੋ ਗਿਆ। ਉਹਨੇ ਪੁੱਛਿਆ ਜਵਾਨਾ ਚੌਲ ਕਿਉਂ ਨਹੀਂ ਖਾਦੇ। ਉਹਨੇ ਆਖਿਆ ਜੀ ਇਹ ਜਿਹੜੇ ਚੌਲ ਨੇ ਖੋਤੀ ਦੇ ਅੰਦਰੋਂ ਨਿਕਲੇ ਨੇ, ਮੈਂ। ਲੰਬੜਦਾਰ ਨੇ ਆਖਿਆ ਬੰਦਾ ਬੜਾ ਸਿਆਣਾ ਯਾਰ, ਦੁੱਧ ਵੀ ਇਹਨੇ ਪਛਾਣਿਆ ਤੇ ਚੌਲ ਵੀ ਇਹਨੇ ਪਛਾਣੇ ਨੇ, ਇਹਦੇ ਵਿੱਚ ਗੁਰ ਹੈਗਾ। ਲੰਬੜਦਾਰ ਨੇ ਆਖਿਆ ਚੱਲ ਵੀ ਸੱਜਣਾ, ਸਾਡੇ ਇੱਕ ਇਲਾਕੇ ਦੇ ਵਿੱਚ ਬਾਦਸ਼ਾਹ ਹੈ ਤੇ ਚੱਲ ਉਹਦੇ ਕੋਲ। ਉਹਨੇ ਆਖਿਆ ਠੀਕ ਹੋ ਗਿਆ ਜੀ। ਬਾਦਸ਼ਾਹ ਦੇ ਕੋਲ ਜਾਂਦਾ। ਬਾਦਸ਼ਾਹ ਉਹਨੂੰ ਪੁੱਛਦਾ ਹਾਂ ਵੀ ਕੀ ਰੋਲਾ। ਉਹਨੇ ਆਖਿਆ ਵੀ ਮੈਂ 1 ਸਾਲ ਬਾਹਰ ਦੇ ਮੁਲਕ ਰਿਹਾ, ਮੈਂ ਘਰ ਆਇਆ, ਮੈਂ ਆਪਣੇ ਯਾਰ ਨੂੰ ਮਿਲਣ ਵਾਸਤੇ ਆਇਆ ਸਾਲ ਬਾਅਦ। ਇਹਨੇ ਦੁੱਧ ਦਾ ਛੰਨਾ ਦਿੱਤਾ ਮੈਨੂੰ, ਉਹ ਮੇਰੀ ਮੱਝ ਦਾ। ਉਹਨੇ ਆਖਿਆ ਮੱਝ ਕਿੱਥੇ? ਉਹਨੇ ਆਖਿਆ ਮੇਰੇ ਘਰ ਹੈ। ਉਹਨੇ ਆਖਿਆ ਬਾਦਸ਼ਾਹ ਨੇ ਕੰਮ ਤੇ ਯਾਰ ਔਖਾ ਹੈ। ਉਹਨੇ ਆਖਿਆ ਠਹਿਰੋ ਹਾਂ ਯਾਰ, ਕੋਈ 5-7 ਮਿੰਟ ਵੀ ਤੁਹਾਡਾ ਫੈਸਲਾ ਕਰਨਾ ਹੈ। 5-7 ਮਿੰਟਾਂ ਦੇ ਵਿੱਚ ਫੈਸਲਾ ਜਿਹੜਾ ਉਹਨੇ ਕਰਨਾ ਕੀ ਸੀ ਵੀ ਉਹ ਬਾਦਸ਼ਾਹ ਦਾ ਵਜ਼ੀਰ ਆਇਆ, ਕੰਨ 'ਚ ਉਹਨੇ ਗੱਲ ਦੱਸੀ। ਉਹ ਬੰਦੇ ਨੇ ਆਖਿਆ, ਉਹਨੇ ਆਖਿਆ ਬਾਦਸ਼ਾਹ ਜਿਹੜਾ ਇਹ ਬੰਦਾ ਤੇਰੇ ਕੰਨ 'ਚ ਗੱਲ ਦੱਸ ਕੇ ਗਿਆ ਨਾ, ਇਹ ਬੰਦਾ ਆਰਾਮ ਦਾ। ਤੇ ਬਾਦਸ਼ਾਹ ਨੇ ਆਖਿਆ ਲੈ ਵੀ ਕੰਮ ਤੇ ਖਰਾਬ ਹੋ ਗਿਆ, ਗੱਲ ਹੋਰ ਵੱਧ ਗਈ। ਗੱਲ ਤੇ ਵੱਧ ਗਈ ਹੈ ਭਾਈ ਅੱਗੇ ਨਾਲੋਂ ਵੀ। ਅੱਗੇ ਦੁੱਧ ਦਾ ਰੋਲਾ ਸੀ, ਹੁਣ ਇਹਨੇ ਕਹਿ ਦਿੱਤਾ ਮੂੰਹ ਚੁੱਕ ਕੇ ਕਿ ਮੇਰਾ ਬੰਦਾ ਆਰਾਮ ਦਾ। ਗੱਲ ਲੰਮੀ ਹੋ ਗਈ ਹੈ। ਬਾਦਸ਼ਾਹ ਨੇ ਉਹਨੂੰ ਆਖਿਆ ਵਜ਼ੀਰ ਨੂੰ ਇੱਧਰ ਆ, ਆਪਣੇ ਮਾਂ ਪਿਓ ਨੂੰ ਸੱਦ। ਉਹਨਾਂ ਮਾਂ ਪਿਓ ਨੂੰ ਸੱਦਿਆ। ਉਹਨੇ ਆਖਿਆ ਵੀ ਸੱਚ ਦੱਸਣਾ ਨਹੀਂ ਤੇ ਤੁਹਾਡਾ ਸਿਰ ਲੱਥ ਜਾਏਗਾ। ਇਹ ਮੁੰਡਾ ਤੁਹਾਡਾ ਆਰਾਮ ਦਾ। ਸਿਰ ਧੜ ਦੀ ਬਾਦੀ ਲੱਗੀ, ਸੱਚ ਬੋਲਦੇ ਪੈਣਾ, ਸੱਚ ਬੋਲਣਾ ਪੈਣਾ ਸੀ। ਉਹ ਵਜ਼ੀਰ ਦੀ ਮਾਂ ਨੇ ਆਖਿਆ ਵੀ ਗੱਲ ਇੰਝ ਏ ਕਿ ਇਹਦਾ ਪਿਓ ਫੌਤ ਹੋ ਗਿਆ ਸੀ, ਠੀਕ ਹੈ, ਮੇਰੀ ਇਹਦੇ ਦਿਓਰ ਨਾਲ ਸ਼ਾਦੀ ਹੋਈ ਹੈ, ਦਿਓਰ ਵਿੱਚ ਔਲਾਦ ਕੋਈ ਨਹੀਂ, ਮੈਨੂੰ ਬਾਅਦ 'ਚ ਰੱਖਦੇ ਨਹੀਂ ਤੇ ਸਾਡੇ ਘਰ ਵਿੱਚ ਕੋਈ ਬੰਦਾ ਹੁੰਦਾ ਜਾਂਦਾ ਸੀ ਤੇ ਮੇਰੀ ਸਲਾਮ ਦੁਆ ਗਈ ਉਹਦੇ ਵਿੱਚੋਂ। ਉਹਨੇ ਆਖਿਆ ਬੰਦਾ ਬੜਾ ਸਿਆਣਾ ਬਈ, ਜਿਹਨੇ ਪਛਾਣ ਲਿਆ ਕਿ ਬੰਦਾ ਹਰਾਮ ਦਾ। ਏਡੀ ਦੂਰ ਤੱਕ ਨਜ਼ਰ ਪਾਈ ਹੈ, ਏਡੀ ਦੂਰ ਤੱਕ ਨਜ਼ਰ ਪਾਈ ਹੈ, ਏਡੀ ਦੂਰ ਤੱਕ ਨਜ਼ਰ ਪਾਈ ਹੈ। ਉਹਨੇ ਆਖਿਆ ਦੱਸ ਓਏ ਸ਼ੇਰਾ, ਤੈਨੂੰ ਕਿਵੇਂ ਪਤਾ ਲੱਗਾ ਕਿ ਬੰਦਾ ਹਰਾਮ ਦਾ? ਕਿੱਡੀ ਲੰਮੀ ਨਜ਼ਰ ਮਾਰੀ ਆ। ਉਹਨੇ ਆਖਿਆ ਵੀ ਤੁਹਾਡੇ ਕੰਨ 'ਚ ਗੱਲ ਜਦੋਂ ਦੱਸਣ ਡਿਆ ਸੀ ਨਾ, ਇਹ ਬੰਦਾ ਪਿੱਛੇ ਹੱਥ ਨਾਲ ਖੁਰਕੀ ਜਾਂਦਾ ਸੀ, ਅੱਡੀਆਂ ਚੁੱਕੀਆਂ ਸੀ ਇਹਨੂੰ। ਇਹ ਆਦਤ ਹੁੰਦੀ ਹੈ 2 ਨੰਬਰ ਬੰਦੇ ਦੀ। ਉਹਨੇ ਆਖਿਆ ਯਾਰ ਗੱਲ ਬੜੀ ਚੰਗੀ ਕੀਤੀ ਏ, ਐਲਾ ਫੜ ਯਾਰ 2 ਲੱਡੂ ਨਾਮ ਦੇ ਤੌਰ ਤੇ। ਉਹ ਲੱਡੂ ਲੈ ਕੇ ਤੇ ਬੰਦਾ ਬਹਿ ਰਿਹਾ ਵੀ ਯਾਰ ਚਲੋ ਮੇਰਾ ਫੈਸਲਾ ਵੀ ਹੋਏਗਾ। ਗੱਲ ਏਡੀ ਵੱਡੀ ਤੇ ਨਾਮ 2 ਲੱਡੂ, ਨਾਮ 2 ਲੱਡੂ, ਕਰੋੜਾਂ ਖਰਬਾਂ ਰੁਪਈਆਂ ਦੀ ਗੱਲ ਤੇ 2 ਲੱਡੂ ਨਾਮ, 2 ਲੱਡੂ ਨਾਮ। ਉਹਨੇ ਆਖਿਆ ਵੀ ਇਸ ਬੰਦੇ ਨੂੰ ਹਵਾਲਾ 'ਚ ਬੰਦ ਕਰੋ, ਕੱਲ ਨੂੰ ਫੈਸਲਾ ਕਰਾਂਗੇ। ਜਿੱਥੇ ਉਹਨੂੰ ਬੰਦ ਕੀਤਾ ਉੱਥੇ ਘੋੜੇ ਦਾ ਤਬੇਲਾ ਸੀ। ਉਹੀ ਘੋੜਾ ਹੋਇਆ ਜਿਹੜਾ ਬਾਦਸ਼ਾਹ ਦਾ ਬੜਾ ਨਾਮੀ ਨੇੜ ਸੀ। ਉਹਨੇ ਬਾਬਾ ਜੀ ਘੋੜੇ ਤੇ ਹੱਥ ਫੇਰਿਆ ਤੇ ਘੋੜਾ ਲਿਫਿਆ ਕਿਤੇ। ਉਹਨੇ ਬਾਬਾ ਜੀ ਸੰਤਰੀ ਨੂੰ ਸੱਦਿਆ। ਉਹਨੇ ਆਖਿਆ ਬਾਦਸ਼ਾਹ ਨੂੰ ਆਖੋ ਜੀ ਜਿਹਦੇ ਕੋਲ ਘੋੜਾ ਲਿਆ ਨਾ, ਇਹ ਘੋੜੇ ਨੇ ਘੋੜੀ ਦਾ ਦੁੱਧ ਨਹੀਂ ਪੀਤਾ,
ਠੀਕ। ਬਾਦਸ਼ਾਹ ਨੇ ਕਹ ਲੈ ਬਈ ਇੱਕ ਦੁਪਹਿਰੀ ਇਹਨੇ ਗੱਲ ਕਰ ਛੜੀ, ਇੱਕ ਹੁਣ ਸ਼ਾਮ ਵੇਲੇ ਕਰ ਛੜੀ ਇਹਨੇ। ਗੱਲ ਫੇਰ ਵੱਧ ਗਈ। ਗੱਲ ਫੇਰ ਵੱਧ ਗਈ ਹੈ। ਗੱਲ ਵੱਧ ਉਹ ਗਈ। ਜਿੱਥੋਂ ਕਿਤੋਂ ਘੋੜਾ ਮੰਗਾਇਆ ਸੀ ਉਸ ਬੰਦੇ ਨੇ ਤਲਬ ਕੀਤਾ, ਉਹਨੂੰ ਲਿਆਓ ਫੜ ਕੇ। ਲਿਆਓ ਫੜ ਕੇ, ਸਿਰ ਲੱਥ ਜਾਣਾ ਵੀ ਗੱਲ ਸੱਜਣਾ ਸੱਚੀ ਕਰ। ਸੱਚੀ ਦੱਸੀ। ਉਹਨੇ ਆਖਿਆ ਬਾਦਸ਼ਾਹ ਗੱਲ ਲੈਣ ਜੇ, ਘੋੜੀ ਸੂਈ ਸੀ ਤੇ ਘੋੜੀ ਮਰ ਗਈ ਸੀ, ਹਾਂ। ਮੇਰੇ ਘਰ ਮੱਝ ਸੀ ਮੈਂ ਉਹਦਾ ਦੁੱਧ ਪਿਆਂਦਾ ਰਿਹਾ। ਉਹਨੇ ਆਖਿਆ ਯਾਰ ਬੰਦਾ ਤੇ ਬੜਾ ਸਿਆਣਾ ਹੈ। ਹਾਂ ਉਹਨੇ ਆਖਿਆ ਲੈ 2 ਲੱਡੂ, ਤੇ ਗੱਲ ਡੂੰਗੀ ਬੜੀ ਕੀਤੀ ਹੈ। ਲੈ 2 ਲੱਡੂ ਫੇਰ, ਗੱਲ ਫੇਰ ਲੱਖਾਂ ਕਰੋੜਾਂ ਦੀ ਹੈ ਤੇ ਲੱਡੂ ਫੇਰ ਦੋ ਹੀ ਲੱਡੂ ਫੇਰ 2 ਹੀ। 20 ਰੁਪਈਆ। ਉਧਰੋਂ ਕੋਈ ਨਮਾਜ਼ ਵੇਲਾ ਹੋਇਆ, ਉਹਨੇ ਸੰਤਰੀ ਨੂੰ ਫੇਰ ਬੂਹਾ ਖੜਕਾਇਆ, ਸੰਤਰੀ ਆਇਆ। ਉਹਨੇ ਆਖਿਆ ਬਾਦਸ਼ਾਹ ਤੁਹਾਡਾ ਜਿਹੜਾ ਨਾ ਉਹ ਵੀ ਨਜਾਇਜ਼ ਹੈ, ਹਰਾਮ ਦਾ। ਠੀਕ ਹੈ। ਉਹਨੇ ਆਖਿਆ ਲੈ ਬਈ ਕੰਮ ਖਰਾਬ ਗੱਲ ਹੋ ਫੇਰ ਗਿਆ, ਵੱਧ ਗਈ। ਗੱਲ ਤੇ ਵੱਧ ਗਈ ਹੈ। ਉਹ ਪਹਿਲਾਂ ਗੱਲ ਸੀ ਮੱਝ ਦੇ ਦੁੱਧ ਦੀ, ਹਾਂਜੀ ਫਿਰ ਘੋੜੀ ਦੀ, ਬਿਲਕੁਲ ਠੀਕ ਹੈ, ਫਿਰ ਹਰਾਮ ਦੇ ਦੀ। ਬਿਲਕੁਲ। ਉਹ ਹੁਣ ਇਹਨੇ ਬਾਦਸ਼ਾਹ ਨੂੰ ਹਰਾਮ ਜਾ ਕਰਾਰ ਦੇ ਦਿੱਤਾ ਵੀ। ਆ ਗੱਲ ਲੰਮੀ ਹੋਈ ਗਈ। ਲੰਮੀ ਹੋ ਗਈ ਗੱਲ ਬਈ। ਬਿਲਕੁਲ ਬਾਦਸ਼ਾਹ ਨੂੰ ਜਾ ਦੱਸਿਆ, ਰਾਣੀਆਂ ਪਰੇਸ਼ਾਨ, ਬਾਦਸ਼ਾਹ ਪਰੇਸ਼ਾਨ। ਬਿਲਕੁਲ। ਉਹਨੇ ਆਖਿਆ ਉਸ ਬੰਦੇ ਨੂੰ ਲਿਆਓ ਬਈ। ਲਿਆਓ। ਉਹਨੇ ਆਖਿਆ ਤੇਰਾ ਸਿਰ ਜਿਹੜਾ ਅਲੱਗ ਕਰ ਦੇਣਾ, ਗੱਲ ਸਹੀ ਦੱਸ, ਇਹ ਗੱਲ ਤੂੰ ਕੀਤੀ ਹੈ ਕਿ ਮੈਂ ਹਰਾਮ ਦਾ? ਉਹਨੇ ਆਖਿਆ ਬਿਲਕੁਲ ਤੁਸੀਂ ਹਰਾਮ ਦੇ ਜੋ। ਉਹ ਆਪਣੇ ਪੈਰਾਂ ਤੇ ਰਿਹਾ। ਉਹ ਨਹੀਂ ਟਸ ਤੁਮਸ ਹੋਇਆ। ਦੱਸ ਮਤ। ਉਹਨੇ ਆਖਿਆ ਦਲੀਲ ਤੇ ਸਬੂਤ ਕੀ? ਉਹਨੇ ਆਖਿਆ ਤੂੰ ਹੈ ਹੀ ਹਰਾਮ ਦਾ। ਉਹਨੇ ਆਖਿਆ ਠੀਕ ਹੋ ਗਿਆ ਵੀ। ਜਰਕਿਆ ਨਹੀਂ ਆਪਣੇ ਪਿਆਰ। ਨਾ ਨਾ ਉਹ ਨਹੀਂ ਜਰਕਿਆ। ਹੂੰ ਉਹਨੇ ਆਖਿਆ ਠੀਕ ਹੋ ਗਿਆ ਵੀ। ਆਪਣੇ ਮਾਂ-ਬਾਪ ਮੰਗਾਏ। ਬਿਲਕੁਲ। ਉਹਨੇ ਆਖਿਆ ਗੱਲ ਇੰਜ ਏ, ਵਹਿਮ ਪੈ ਗਿਆ ਉਹਨੂੰ। ਬਹੁਤ ਸਾਰਾ ਵਹਿਮੀ ਸੀ ਉਹ ਬੰਦਾ। ਉਹਨੇ ਆਖਿਆ ਗਰਮ ਘਿਓ ਦੇ ਤੇਲ ਨੇ ਬਹਿ ਕੜਾਹ ਤਪਦੇ ਪਏ, ਬਿਲਕੁਲ 1 ਮਿੰਟ ਵੀ ਨਹੀਂ ਲੱਗਦਾ ਦੋਵਾਂ ਨੂੰ ਵਿੱਚ ਤਲ ਦੇਣਾ। ਦੱਸੋ ਮੈਂ ਹਲਾਲ ਦਾ ਕਿ ਹਰਾਮ ਦਾ? ਜੋ ਸੱਚ ਹੈ ਬੋਲੋ। ਉਹਨੇ ਆਖਿਆ ਗੱਲ ਇੰਜ ਏ ਕਿ ਤੇਰੇ ਪਿਓ ਚ ਤਾਂ ਔਲਾਦ ਕੋਈ ਨਹੀਂ ਹੁੰਦੀ, ਠੀਕ ਹੈ, ਤੇ ਹਲਵਾਈ ਹੁੰਦਾ ਸੀ ਇੱਕ ਘਰ, ਤੇ ਤੂੰ ਉਹਦੇ ਵਿੱਚੋਂ ਏ। ਉਹਨੇ ਆਖਿਆ ਲੈ ਵੀ ਮਰ ਗਏ ਬਈ। ਮਾਝਾ ਸੱਚ ਦਾ ਸੱਚ ਨਿਕਲਾ। ਮਾਝ ਵਾਲੇ ਬੰਦੇ ਨੂੰ ਸੱਦਿਆ। ਉਹਨੇ ਆਖਿਆ ਤੈਨੂੰ ਕਿਵੇਂ ਪਤਾ ਲੱਗਾ? ਉਹਨੇ ਆਖਿਆ ਸਾਲਿਆ ਜੇ ਤੂੰ ਬਾਦਸ਼ਾਹ ਹੁੰਦਾ ਤੇ ਤੂੰ ਦੇਣਾ ਸੀ ਕੋਈ ਹੀਰੇ ਜਵਰਾਤ ਨਾਮ ਦੇ ਤੌਰ ਤੇ। ਤੂੰ ਹੈ ਹੀ ਹਲਵਾਈ ਦਾ ਪੁੱਤਰ ਹੈ, ਜਿਹੜਾ ਕੰਮ ਮੈਂ ਤੈਨੂੰ ਦੱਸਣਾ ਤੂੰ 2 ਲੱਡੂ ਫੜਾ ਛੱਡਦਾ ਹੈ ਮੈਨੂੰ। ਬੱਲੇ ਬੱਲੇ। ਤੇਰੇ 'ਚ ਕੰਮ ਬਾਦਸ਼ਾਹ ਵਾਲੇ ਨਹੀਂ ਹੈਗੇ। ਕੰਮ